ਇਹ ਪਾਵਨ ਪੌੜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤੀ ਗਈ ਹੈ। ਇਸ ਪਾਵਨ ਪੌੜੀ ਦੇ ਵਿੱਚ ਵੀ ਪਾਤਸ਼ਾਹ ਜੀ ਨੇ ਮਨ ਦੀ ਗੱਲ ਕੀਤੀ ਹੈ। ਵਾਰ-ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਉਦਾਹਰਨਾਂ ਦੇ ਕੇ ਮਨ ਨੂੰ ਸਮਝਾਇਆ ਹੈ ਕਿ ਜੇਕਰ ਮਨ ਸੁਧਰ ਗਿਆ ਤਾਂ ਇਹ ਅੱਖਾਂ ਭੈੜਾ ਨਹੀਂ ਵੇਖਣਗੀਆਂ, ਇਹ ਕੰਨ ਭੈੜਾ ਸੁਣਨਗੇ ਨਹੀਂ, ਇਹ ਜ਼ੁਬਾਨ ਭੈੜਾ ਨਹੀਂ ਬੋਲੇਗੀ। ਹੁਣ ਜੋ ਇਸ ਪਾਵਨ ਪੌੜੀ ਦਾ ਕੇਂਦਰੀ ਭਾਵ ਹੈ, ਰਹਾਉ ਵਾਲਾ ਬੰਦ ਹੈ, ਵਿਚਾਰ ਅਖੀਰਲੀ ਪੰਕਤੀ ਤੋਂ ਆਰੰਭ ਹੋਵੇਗੀ। ਪਾਤਸ਼ਾਹ ਜੀ ਨੇ ਫਰਮਾਇਆ ਹੈ, ਕੋਰਾ ਹੈ ਨਾ ਭਰੀ ਹੈ ਪਾਈ ਹੈ। ਹੁਣ ਹੋ ਕੀ ਰਿਹਾ ਹੈ? ਇਹ ਮਨ ਗਲਤ ਪਾਸੇ ਤੁਰਿਆ ਹੋਇਆ ਹੈ। ਇਸ ਮਨ ਦੇ ਕੋਲ ਭੈੜੀਆਂ ਵਿਚਾਰਾਂ ਨੇ, ਇਹ ਸਿਰਫ ਭੈੜੀਆਂ ਵਿਚਾਰਾਂ ਇਕੱਠੀਆਂ ਕਰਕੇ ਬੈਠਾ ਹੋਇਆ ਹੈ। ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਜੋ ਲਫ਼ਜ਼ ਆਇਆ ਨਾ, ਭਰੀ ਹੈ ਪਾਈ ਹੈ, ਉਸ ਦੇ ਅਰਥ ਕੀਤੇ ਜਦੋਂ ਪਾਈ ਭਰੀ ਜਾਂਦੀ ਸੀ। ਪੁਰਾਤਨ ਸਮੇਂ ਦੇ ਵਿੱਚ ਇੱਕ ਜੰਤਰ ਸੀ ਜਿਸ ਦੀ ਵਰਤੋਂ ਸਮੇਂ ਦੀ ਇਕਾਈ ਮਾਪਣ ਵਾਸਤੇ ਕੀਤਾ ਜਾਂਦਾ ਸੀ। ਇੱਕ ਛੋਟਾ ਭਾਂਡਾ ਹੁੰਦਾ ਸੀ ਕੱਚਾ ਮਿੱਟੀ ਦਾ, ਜਿਸ ਦੇ ਥੱਲੜੇ ਬੰਨੇ ਇੱਕ ਮੋਰੀ ਹੁੰਦੀ ਸੀ ਤੇ ਜਿਸ ਬਰਤਨ ਨੂੰ, ਜਿਸ ਭਾਂਡੇ ਨੂੰ ਵੱਡੇ ਭਾਂਡੇ ਦੇ ਵਿੱਚ ਰੱਖਿਆ ਜਾਂਦਾ ਸੀ, ਜਿਸ ਵੱਡੇ ਭਾਂਡੇ ਦੇ ਵਿੱਚ ਪਾਣੀ ਭਰਿਆ ਹੁੰਦਾ ਸੀ। ਹੁਣ ਛੋਟੇ ਭਾਂਡੇ ਨੂੰ ਵੱਡੇ ਭਾਂਡੇ ਦੇ ਵਿੱਚ ਜਦੋਂ ਰੱਖਿਆ ਜਾਂਦਾ ਸੀ ਨਾ, ਉਸ ਮੋਰੀ ਦੇ ਥਾਣੀ ਹੌਲੀ ਹੌਲੀ ਛੋਟੇ ਭਾਂਡੇ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਸੀ। ਜਦੋਂ ਪਾਣੀ ਦੇ ਨਾਲ ਇਹ ਛੋਟਾ ਭਾਂਡਾ ਜਦੋਂ ਭਰ ਜਾਂਦਾ ਸੀ ਤੇ ਉਸ ਵੱਡੇ ਭਾਂਡੇ ਦੇ ਵਿੱਚ ਡੁੱਬ ਜਾਂਦਾ ਸੀ ਨਾ, ਤੇ ਕਿਹਾ ਜਾਂਦਾ ਸੀ ਇੱਕ ਘੜੀ ਬੀਤ ਗਈ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਇਸ ਜੰਤਰ ਦੀ ਵਰਤੋਂ ਸਮੇਂ ਦੀ ਇਕਾਈ ਮਾਪਣ ਵਾਸਤੇ ਕੀਤੀ ਜਾਂਦੀ ਸੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਹਰਨ ਲਈ ਹੈ ਉਸ ਸਮੇਂ ਦੀ ਇਕਾਈ ਮਾਪਣ ਵਾਲੇ ਜੰਤਰ ਦੀ। ਤੇ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਉਹ ਛੋਟਾ ਭਾਂਡਾ ਤੇ ਉਸ ਭਾਂਡੇ ਦੇ ਵਿੱਚ ਕੀਤੀ ਗਈ ਮੋਰੀ, ਉਸ ਮੋਰੀ ਥਾਣੀ ਪਾਣੀ ਭਰਿਆ ਤੇ ਉਹ ਛੋਟਾ ਭਾਂਡਾ ਵੱਡੇ ਭਾਂਡੇ ਵਿੱਚ ਡੁੱਬ ਗਿਆ। ਪਾਤਸ਼ਾਹ ਜੀ ਕਹਿੰਦੇ ਇਹ ਪ੍ਰਤੀਤ ਹੁੰਦਾ ਹੈ ਤੇਰਾ ਮਨ ਵੀ ਕਹਿੰਦੇ ਉਸ ਭਾਂਡੇ ਦੀ ਤਰ੍ਹਾਂ ਹੈ, ਛੋਟੇ ਭਾਂਡੇ ਦੀ ਤਰ੍ਹਾਂ। ਇਹਦੇ ਵਿੱਚ ਵੀ ਮੋਰੀ ਹੋ ਚੁੱਕੀ ਹੈ। ਇਸ ਮੋਰੀ ਦੇ ਥਾਣੀ ਪਾਤਸ਼ਾਹ ਜੀ ਕਹਿੰਦੇ ਪਾਣੀ ਨਹੀਂ ਜਾ ਰਹੇ, ਵਿਕਾਰ ਜਾ ਰਹੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਭਾਵਨਾ, ਚੁਗਲੀ, ਕਰਮ ਕਾਂਡ, ਵਹਿਮ ਭਰਮ ਕਹਿੰਦੇ ਇਹ ਜਾ ਰਹੇ ਨੇ। ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾ ਦਿੱਤਾ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੂਰੀ, ਮੂੰਹ ਦਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ। ਪਾਤਸ਼ਾਹ ਜੀ ਕਹਿੰਦੇ ਇਹ ਮਨ ਹੈ ਨਾ ਜਿਹੜਾ, ਕਹਿੰਦੇ ਇਹ ਰੋਜ਼ਾਨਾ ਕਹਿੰਦੇ ਪਾਪ ਇੰਨੇ ਕਰ ਰਿਹਾ ਹੈ, ਪਾਪਾਂ ਦੇ ਨਾਲ ਭਰਦਾ ਜਾ ਰਿਹਾ ਹੈ। ਕਹਿੰਦੇ ਜਦੋਂ ਇਹ ਭਰ ਗਿਆ ਨਾ, ਕਹਿੰਦੇ ਇਹਦਾ ਵੀ ਬਚਣਾ ਮੁਸ਼ਕਿਲ ਹੋ ਜਾਣਾ ਹੈ। ਇਹ ਵੀ ਵਿਕਾਰਾਂ ਵਾਲੇ ਖਾਰੇ ਸਮੁੰਦਰ ਦੇ ਵਿੱਚ ਡੁੱਬ ਜਾਏਗਾ, ਫਿਰ ਬਚਿਆ ਨਹੀਂ ਜਾਣਾ। ਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਵੀ ਬੋਲ ਦਰਜ ਕੀਤੇ ਕਿ ਅੱਜ ਸਮਾਜ ਦੇ ਬਹੁਤਾਤ ਲੋਕ ਡੁੱਬ ਰਹੇ ਨੇ ਇਸ ਖਾਰੇ ਸਮੁੰਦਰ ਦੇ ਵਿੱਚ। ਪਾਤਸ਼ਾਹ ਜੀ ਕਹਿੰਦੇ ਲੋਭ ਲਹਿਰ ਅਤ ਨੀਝਰ ਬਾਜੈ, ਕਾਇਆ ਡੁੱਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ, ਗੋਬਿੰਦੇ ਤਾਰ ਲੈ ਬਾਪ ਬੀਤੂਗਾ। ਪਾਤਸ਼ਾਹ ਜੀ ਕਹਿੰਦੇ ਬਹੁਤਾਤ ਲੋਕ ਇਸ ਖਾਰੇ ਸਮੁੰਦਰ ਦੇ ਵਿੱਚ ਡੁੱਬ ਰਹੇ ਨੇ ਵਿਕਾਰਾਂ ਵਾਲੇ ਦੇ ਵਿੱਚ। ਪਰ ਉੱਥੇ ਪਾਤਸ਼ਾਹ ਜੀ ਨੇ ਇੱਕ ਜਾਂਚ ਵੀ ਦੱਸੀ ਸੀ ਕਿ ਜੇਕਰ ਸਾਨੂੰ ਇਹ ਅਰਦਾਸ ਕਰਨੀ ਆ ਜਾਵੇ, ਅਰਦਾਸ ਦਾ ਮਤਲਬ ਹੈ ਆਪਣੇ ਆਪ ਨੂੰ ਗੁਰੂ ਵਾਲੇ ਪਾਸੇ ਤੋਰਨਾ ਆ ਗਿਆ, ਸਾਨੂੰ ਆਪਣਾ ਮਨ ਗੁਰੂ ਦੇ ਕੋਲ ਵੇਚਣਾ ਆ ਗਿਆ, ਤਾਂ ਪਾਤਸ਼ਾਹ ਜੀ ਕਹਿੰਦੇ ਸਖਾਰੇ ਸਮੁੰਦਰ ਦੇ ਵਿੱਚੋਂ ਬਚਿਆ ਜਾ ਸਕਦਾ ਹੈ। ਜੇਕਰ ਇਹ ਅਰਦਾਸ ਕਰਨੀ ਨਾ ਹੀ ਤਾਂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕੋਰਾ ਹੈ ਨਾ ਭਰੀ ਹੈ ਪਾਈ ਹੈ, ਕਹਿੰਦੇ ਫਿਰ ਬਚਿਆ ਨਹੀਂ ਜਾਣਾ। ਇਹ ਪਾਪ ਵੱਧ ਰਹੇ ਨੇ। ਕਹਿੰਦੇ ਇਸ ਮਨ ਨੇ ਇਸ ਵਿਕਾਰਾਂ ਵਾਲੇ ਖਾਰੇ ਸਮੁੰਦਰ ਦੇ ਵਿੱਚ ਡੁੱਬ ਜਾਣਾ ਹੈ। ਕੋਰਾ ਨਾ ਭਰੀ ਹੈ ਪਾਈ ਹੈ, ਕਹਿੰਦੇ ਜਿਸ ਤਰ੍ਹਾਂ ਉਹ ਛੋਟਾ ਬਰਤਨ ਵੱਡੇ ਭਾਂਡੇ ਦੇ ਵਿੱਚ ਡੁੱਬ ਜਾਂਦਾ ਹੈ ਨਾ, ਤੇ ਕਹਿੰਦੇ ਇਸੇ ਤਰ੍ਹਾਂ ਤੇਰਾ ਮਨ ਵੀ ਵਿਕਾਰਾਂ ਵਾਲੇ ਖਾਰੇ ਸਮੁੰਦਰ ਦੇ ਵਿੱਚ ਡੁੱਬ ਜਾਏਗਾ। ਹੁਣ ਪਹਿਲੀ ਪੰਕਤੀ ਦੇ ਵਿੱਚ ਪਾਤਸ਼ਾਹ ਜੀ ਨੇ ਫਰਮਾਇਆ ਨਾਉ ਤੇਰਾ ਨਿਰੰਕਾਰ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਨਾਮ ਨਿਰੰਕਾਰ ਹੈ। ਹੁਣ ਇੱਕ ਸਵਾਲ ਖੜਾ ਹੁੰਦਾ ਹੈ ਕਿ ਸਿਰਫ ਅਕਾਲ ਪੁਰਖ ਦਾ ਨਾਮ ਨਿਰੰਕਾਰ ਹੀ ਹੈ? ਹੁਣ ਅਕਾਲ ਪੁਰਖ ਵਾਹਿਗੁਰੂ ਦੇ ਤਾਂ ਹੋਰ ਵੀ ਅਨੇਕਾਂ ਨਾਮ ਨੇ।
ਹੁਣ ਅਕਾਲ ਪੁਰਖ ਜੀ ਦੇ ਤਾਂ ਅਨੇਕਾਂ ਗੁਣ ਨੇ। ਬਾਣੀ ਅੰਦਰ ਜਿੱਥੋਂ ਅਸੀਂ ਪਾਵਨ ਬੋਲ ਪੜ੍ਹਦੇ ਹਾਂ, ਬੇਅੰਤਾਂ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ ਜਾ ਜਿਹਵਾ ਏਕ ਕਵਣ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤਿਰ ਅੰਤ ਨ ਕਿਨਹੀ ਲਈਏ। ਉਸ ਦੇ ਬੇਅੰਤ ਗੁਣ ਨੇ ਤੇ ਉਸ ਦੇ ਗੁਣਾਂ ਦੇ ਆਧਾਰ ਤੇ ਨਾਮ ਵੀ ਵੱਖੋ ਵੱਖ ਰੱਖੇ ਗਏ ਨੇ। ਇੱਕ ਨਾਮ ਨਹੀਂ ਸਿਰਫ ਅਕਾਲ ਪੁਰਖ ਜੀ ਦਾ ਨਿਰੰਕਾਰ ਹੀ, ਉਸ ਦੇ ਤਾਂ ਨਾਮ ਅਨੇਕਾਂ। ਹੁਣ ਮਾਰੂ ਸੋਹਲਿਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਰਮਾ ਦਿੱਤਾ, ਕਹਿੰਦੇ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਭੂਗਲਾ। ਪਾਤਸ਼ਾਹ ਜੀ ਕਹਿੰਦੇ ਜਿਹੜਾ ਤੇਰਾ ਨਾਮ ਹੈ ਨਾ, ਕੀ ਤੂੰ ਸੱਚਾ ਹੈ, ਤੇਰੀ ਹੋਂਦ ਸੱਚੀ ਹੈ। ਕਹਿੰਦੇ ਇਹ ਨਾਮ ਤਾਂ ਤੇਰਾ ਮੁੜਕ ਦੀਮਾ ਦਾ ਹੈ, ਕਿ ਤੂੰ ਸੱਚਾ ਹੈ ਤੇ ਹੋਂਦ ਵਾਲਾ। ਕਹਿੰਦੇ ਪਰ ਜਿਹੜੇ ਬਾਕੀ ਨਾਮ ਲਏ ਜਾਂਦੇ ਨੇ ਨਾ, ਕਹਿੰਦੇ ਇਹ ਰੱਬ ਜੀ ਦੇ ਗੁਣਾਂ ਨੂੰ ਵੇਖ ਕੇ ਰੱਖੇ ਗਏ ਨੇ। ਹੁਣ ਜਿਹਨੇ ਵੇਖਿਆ ਕਿ ਪਰਮਾਤਮਾ ਡਰਦਾ ਨਹੀਂ ਕਿਸੇ ਤੋਂ, ਉਹਨਾਂ ਨੇ ਨਾਮ ਲੈ ਦਿੱਤਾ ਨਿਰਭਉ। ਜਿਹਨੇ ਵੇਖਿਆ ਕਿ ਪਰਮਾਤਮਾ ਵੈਰ ਨਹੀਂ ਕਰਦਾ, ਰੱਬ ਜੀ ਨੂੰ ਕਹਿ ਦਿੱਤਾ ਗਿਆ ਨਿਰਵੈਰ। ਜਿਸ ਨੇ ਵੇਖਿਆ ਰੱਬ ਜੀ ਦਾ ਗੁਣ ਕਿ ਉਹ ਸਾਰੀ ਧਰਤੀ ਨੂੰ ਪਾਲ ਰਿਹਾ ਹੈ, ਤੇ ਰੱਬ ਜੀ ਦਾ ਨਾਮ ਰੱਖ ਦਿੱਤਾ ਗਿਆ ਗੋਪਾਲ। ਜਿਸ ਨੇ ਵੇਖਿਆ ਰਿਜ਼ਕ ਦੇ ਰਿਹਾ, ਉਸਨੇ ਰਾਜ਼ਕ ਕਹਿ ਦਿੱਤਾ। ਭਾਵ ਗੁਣਾਂ ਦੇ ਆਧਾਰ ਤੇ ਤੁਹਾਡੇ ਲਈ ਜਿਹੜੇ ਨਾਮ ਨੇ ਰੱਖੇ ਗਏ ਨੇ। ਹੁਣ ਪਾਤਸ਼ਾਹ ਜੀ ਕਹਿੰਦੇ ਨਾਮ ਤੇਰਾ ਨਿਰੰਕਾਰ ਹੈ, ਇਹ ਅਕਾਲ ਪੁਰਖ ਜੀ ਤੁਹਾਡਾ ਨਾਮ ਨਿਰੰਕਾਰ ਹੈ। ਹੁਣ ਜੇਕਰ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲਿਆ ਜਾਏ, ਇਸ ਨਿਰੰਕਾਰ ਵਾਲੇ ਗੁਣ ਨੂੰ ਬੰਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇ। ਹੁਣ ਨਾਮ ਦਾ ਮਤਲਬ ਇੱਥੇ ਗੁਣ ਵੀ ਕੀਤਾ ਜਾ ਸਕਦਾ ਹੈ ਕਿ ਹੈ ਰੱਬ ਜੀ ਤੁਹਾਡਾ ਇੱਕ ਗੁਣ ਇਹ ਵੀ ਹੈ ਕਿ ਤੁਸੀਂ ਨਿਰੰਕਾਰ ਹੋ, ਤੁਹਾਡਾ ਕੋਈ ਆਕਾਰ ਨਹੀਂ। ਤੇ ਜੇ ਬੰਦਾ ਆਪਣੇ ਜੀਵਨ ਦੇ ਵਿੱਚ ਇਸ ਨਿਰੰਕਾਰ ਵਾਲੇ ਗੁਣ ਨੂੰ ਕਮਾ ਲਵੇ, ਜੀਵਨ ਦੇ ਵਿੱਚ ਗੁਣਾਂ ਨੂੰ ਕਮਾ ਲਵੇ, ਤਾਂ ਪਾਤਸ਼ਾਹ ਜੀ ਕਹਿੰਦੇ ਇਸ ਮਨ ਨੂੰ ਸਮਝ ਆ ਜਾਵੇਗੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਰੱਬ ਜੀ ਦਾ ਕੋਈ ਆਕਾਰ ਨਹੀਂ ਤੇ ਮੈਂ ਵੀ ਨਿਰੰਕਾਰ ਹੋਣਾ ਹੈ। ਮਨ ਹਾਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਫਿਰ ਇਹ ਰੰਗ ਮਾਨਣਾ ਸ਼ੁਰੂ ਕਰ ਦੇਵੇਗਾ। ਹੁਣ ਮਨ ਨੇ ਨਿਰੰਕਾਰ ਕਿਸ ਤਰ੍ਹਾਂ ਹੋਣਾ, ਮਨ ਨੇ ਨਾਮ ਕਿਸ ਤਰ੍ਹਾਂ ਲੈਣਾ। ਹੁਣ ਗੱਲ ਮਨ ਦੀ ਚੱਲ ਰਹੀ ਤੇ ਸਰੀਰ ਦੀ ਚੱਲ ਨਹੀਂ ਰਹੀ। ਹੁਣ ਮਨ ਆਕਾਰ ਕਈ ਲੈ ਕੇ ਬੈਠਾ ਹੈ। ਜਦੋਂ ਲਾਲਚ ਆਉਂਦਾ ਹੈ ਤਾਂ ਅਗਲਾ ਬੰਦਾ ਕਹਿਣ ਤੇ ਮਜਬੂਰ ਹੋ ਜਾਂਦਾ ਹੈ ਕਿ ਕੁੱਤੇ ਤਰ੍ਹਾਂ ਭੌਂਕਦਾ ਹੈ, ਇਸ ਨੂੰ ਪਤਾ ਨਹੀਂ ਬੋਲਣਾ ਕੀ ਹੈ ਤੇ ਕੀ ਨਹੀਂ ਬੋਲਣਾ। ਬੰਦਾ ਕਹਿ ਹੀ ਦਿੰਦਾ ਕਿ ਇਹ ਤਾਂ ਕੁੱਤੇ ਤਰ੍ਹਾਂ ਭੌਂਕਦਾ ਹੈ। ਭਾਵ ਇਸ ਮਨ ਨੇ ਹੁਣ ਕੁੱਤੇ ਵਾਲਾ ਆਕਾਰ ਲੈ ਲਿਆ ਹੈ। ਜਦੋਂ ਵਾਰ-ਵਾਰ ਇਹ ਕਿਸ ਨੂੰ ਭੈੜਾ ਬੋਲਦਾ ਹੈ ਤੇ ਸੱਪ ਦਾ ਕੰਮ ਹੁੰਦਾ ਜ਼ਹਿਰ ਉਗਲਣਾ, ਵਾਰ-ਵਾਰ ਡੰਗ ਮਾਰਨਾ। ਘਰਾਂ ਦੇ ਵਿੱਚ ਵੇਖ ਲਈਏ, ਨੂੰਹ ਸੱਸ ਦੀ ਨਹੀਂ ਬਣਦੀ, ਦਰਾਣੀ ਜਠਾਣੀ ਦੀ ਨਹੀਂ ਬਣਦੀ, ਤਾਂ ਇੱਕ ਦੂਜੇ ਨੂੰ ਵਾਰ-ਵਾਰ ਭੈੜਾ ਬੋਲਿਆ ਜਾਂਦਾ। ਜਿਵੇਂ ਸੱਪ ਡੰਗ ਮਾਰਦਾ ਨਾ, ਇਸ ਤਰ੍ਹਾਂ ਡੰਗ ਮਾਰਿਆ ਜਾਂਦਾ ਹੈ। ਬੰਦਾ ਗੰਦਗੀ ਵਿੱਚ ਮੂੰਹ ਮਾਰਦਾ, ਕਾਂ ਦਾ ਕੰਮ ਹੈ ਗੰਦਗੀ ਵਿੱਚ ਮੂੰਹ ਮਾਰਨਾ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਇਹ ਮਨ ਹਜੇ ਆਕਾਰਾਂ ਵਿੱਚ ਪਿਆ ਹੋਇਆ, ਕਦੀ ਕੁੱਤੇ ਦਾ ਆਕਾਰ ਲੈ ਰਿਹਾ, ਕਦੀ ਸੱਪ ਦਾ ਆਕਾਰ, ਕਦੀ ਕਾਂ ਦਾ, ਕਦੀ ਗਧੇ ਦਾ, ਕਦੀ ਸੂਰ ਦਾ, ਕਦੀ ਹਾਥੀ ਦਾ। ਕਾਮ ਆ ਗਿਆ, ਹਾਥੀ ਦਾ ਆਕਾਰ ਲੈ ਲਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾਮ ਤੇਰਾ ਨਿਰੰਕਾਰ ਹੈ। ਰੱਬ ਜੀ ਤੁਹਾਡਾ ਗੁਣ ਇੱਕ ਇਹ ਵੀ ਹੈ ਕਿ ਤੁਸੀਂ ਨਿਰੰਕਾਰ ਹੋ। ਇਹ ਗੱਲ ਅਸੀਂ ਪਿਛਲੇ ਦਿਨ ਸਮਝ ਕੇ ਆਏ ਕਿ ਰੱਬ ਜੀ ਦਾ ਕੋਈ ਆਕਾਰ ਨਹੀਂ, ਅਕਾਲ ਪੁਰਖ ਵਾਹਿਗੁਰੂ ਦਾ ਕੋਈ ਆਕਾਰ ਨਹੀਂ। ਸਾਡਾ ਆਕਾਰ ਹੈ, ਸਾਡਾ ਸਰੀਰ ਹੈ, ਪਰ ਰੱਬ ਜੀ ਕਿਸੇ ਆਕਾਰ ਦੇ ਵਿੱਚ ਨਹੀਂ। ਸੋ ਮੁਖ ਜਲੋਂ ਜਿਤ ਕਹਿ ਠਾਕੁਰ ਜੋਨੀ, ਜੂਨਾ ਵਿੱਚ ਤਾਂ ਆਉਂਦਾ ਹੀ ਨਹੀਂ। ਹੁਣ ਜਿਸ ਬੰਦੇ ਨੇ ਇਸ ਨਿਰੰਕਾਰ ਵਾਲੇ ਗੁਣ ਨੂੰ ਆਪਣੇ ਜੀਵਨ ਵਿੱਚ ਕਮਾ ਲਿਆ, ਤਾਂ ਪਾਤਸ਼ਾਹ ਜੀ ਕਹਿੰਦੇ ਜਿਸ ਨੂੰ ਇਹ ਨਾਮ ਲੈਣਾ ਆ ਗਿਆ ਨਾ, ਤੇ ਕਹਿੰਦੇ ਫਿਰ ਅਕਾਲ ਪੁਰਖ ਇਸ ਮਨ ਨੂੰ ਆਕਾਰਾਂ ਤੋਂ ਰਹਿਤ ਕਰ ਦੇਵੇਗਾ, ਇਹਨਾਂ ਆਕਾਰਾਂ ਦੇ ਵਿੱਚੋਂ ਬਾਹਰ ਕੱਢ ਦੇਵੇਗਾ। ਇਹ ਮਨ ਵੀ ਨਿਰੰਕਾਰ ਹੋ ਜਾਵੇਗਾ, ਮਨ ਨਿਰੰਕਾਰ ਹੋ ਜਾਏਗਾ। ਮਨ ਨਿਰੰਕਾਰ ਹੋਣਾ ਜਦੋਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ। ਪਾਤਸ਼ਾਹ ਜੀ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਹੁਣ ਜਦੋਂ ਮਨ ਨੇ ਇਹ ਨਾਮ ਲੈਣਾ ਸ਼ੁਰੂ ਕਰ ਲਿਆ, ਗੁਣਾਂ ਨੂੰ ਧਾਰਨ ਕਰ ਲਿਆ, ਨਿਰੰਕਾਰ ਵਾਲੇ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲਿਆ, ਤਾਂ ਕੀ ਹੋਵੇਗਾ? ਨਾਏ ਲੈ ਨਰਕ ਨਾ ਜਾਈਏ, ਫਿਰ ਨਰਕ ਦੇ ਵਿੱਚ ਨਹੀਂ ਜਾਈਏ। ਹੁਣ ਨਰਕ ਕੀ ਹੈ? ਬਾਣੀ ਨੇ ਮਰਨ ਤੋਂ ਬਾਅਦ ਕਿਸੇ ਨਰਕ ਜਾਂ ਸਵਰਗ ਦੀ ਗੱਲ ਤਾਂ ਕੀਤੀ ਨਹੀਂ। ਬਾਬਾ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ, ਕਵਨ ਨਰਕ या स्वर्ग विचारा संतों दूर आदि, हम काहूँ की कान न करते अपने गुर प्रसाद।
ਜਿਹੜਾ ਬੰਦਾ ਅਕਾਲ ਪੁਰਖ ਜੀ ਦੀ ਵਿਚਾਰ ਦੇ ਨਾਲ ਜੁੜਿਆ, ਉਸ ਨੂੰ ਕਿਸੇ ਸਵਰਗ ਦਾ ਲਾਲਚ ਨਹੀਂ, ਨਰਕ ਦਾ ਡਰ ਨਹੀਂ ਹੈ। ਹੁਣ ਬੰਦਾ ਜਿਉਂਦਿਆਂ ਜੀ ਆਪਣੇ ਜੀਵਨ ਨੂੰ ਸਵਰਗ ਨਹੀਂ ਬਣਾਉਣਾ ਚਾਹੁੰਦਾ ਤੇ ਮਰਨ ਤੋਂ ਬਾਅਦ ਆਸ ਰੱਖ ਕੇ ਬੈਠਾ ਕਿ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇ। ਹੁਣ ਇੱਥੇ ਵੀ ਸਵਰਗ ਬਣਾਇਆ ਜਾ ਸਕਦਾ ਹੈ। ਬਾਣੀ ਨੇ ਜਿਉਂਦੇ ਜੀ ਸਵਰਗ ਤੇ ਨਰਕ ਦੀ ਗੱਲ ਕੀਤੀ ਹੈ। ਜਿਹੜੇ ਬੰਦੇ ਨੂੰ ਆਪਣੇ ਘਰ ਦੇ ਵਿੱਚ ਪਿਆਰ ਦੀ ਭਾਵਨਾ ਦੇ ਨਾਲ, ਜਿਸ ਬੰਦੇ ਨੇ ਘਰ ਦੇ ਵਿੱਚ ਪਿਆਰ ਦਾ ਮਾਹੌਲ ਸਿਰਜ ਲਿਆ, ਸਮਾਜ ਦੇ ਵਿੱਚ ਆਪਣੇ ਆਂਢ ਗੁਆਂਢ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਦੀ ਭਾਵਨਾ ਰਹਿਣਾ ਆ ਗਿਆ, ਰਿਸ਼ਤੇਦਾਰਾਂ ਦੇ ਨਾਲ ਰਹਿਣਾ ਆ ਗਿਆ, ਇੱਕ ਕੰਟਰੀ ਨੂੰ ਦੂਜੀ ਕੰਟਰੀ ਦੇ ਨਾਲ ਪਿਆਰ ਦਾ ਮਾਹੌਲ ਸਿਰਜਣਾ ਆ ਗਿਆ, ਤਾਂ ਇਹ ਕੀ ਹੈ? ਸਵਰਗ ਹੀ ਹੈ। ਫਿਰ ਕਿਤੇ ਸਾਨੂੰ ਮਰਨ ਤੋਂ ਬਾਅਦ ਕਿ ਸਵਰਗ ਦਾ ਲਾਲਚ ਰਹਿ ਜਾਏਗਾ ਜੇਕਰ ਅਸੀਂ ਇੱਥੇ ਜਿਉਂਦੇ ਜੀ ਆਪਣੇ ਜੀਵਨ ਨੂੰ ਸਵਰਗ ਬਣਾ ਲਈਏ। ਪਰ ਬੰਦਾ ਅੱਜ ਵਾਪਰ ਕੀ ਰਿਹਾ? ਜਿਉਂਦਾ ਜੀ ਆਪਣੇ ਜੀਵਨ ਨੂੰ ਸਵਰਗ ਨਹੀਂ ਬਣਾਉਣਾ ਚਾਹੁੰਦਾ ਤੇ ਮਰਨ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਕਰਨਾ ਚਾਹੁੰਦਾ। ਤੇ ਪੰਡਤ ਫਿਰ ਬੈਠਾ ਸੀ, ਪੁਜਾਰੀ ਕਹਿੰਦਾ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਸਵਰਗ ਦੇ ਵਿੱਚ ਪਹੁੰਚਾਵਾਂਗਾ, ਤੁਹਾਡਾ ਵੀਜ਼ਾ ਲਾਵਾਂਗਾ, ਤੁਹਾਡੀ ਟਿਕਟ ਸਿੱਧੀ ਜਿਹੜੀ ਸਵਰਗ ਦੀ ਕੱਟਾਂਗਾ। ਤੇ ਲੋਕਾਂ ਨੇ ਕੀਤਾ ਵੀ। ਬਾਣੀ ਦੇ ਵਿੱਚ ਭਗਤ ਸਾਹਿਬ ਜੀ ਨੇ ਫਰਮਾ ਦਿੱਤਾ, ਕਹਿੰਦੇ ਅਸਦਾਨ ਗਜਦਾਨ ਸਹਿਜਾ ਨਾਰੀ ਭੂਮਿਦਾਨ ਐਸੋ ਦਾਨ ਨਿਤ ਨਿਤੈ ਕੀਜੈ। ਕਹਿੰਦੇ ਲੋਕਾਂ ਨੇ ਸਵਰਗ ਦੇ ਲਾਲਚ ਦੇ ਵਿੱਚ ਆ ਕੇ ਕਹਿੰਦੇ ਬੜੇ ਮਹਿੰਗੇ ਮਹਿੰਗੇ ਉਸ ਵੇਲੇ ਦੀ ਜਿਹੜੀ ਸਵਾਰੀ ਸੀ ਨਾ, ਹਾਥੀ ਤੇ ਘੋੜੇ, ਉਹ ਪੁਜਾਰੀ ਨੂੰ ਦਾਨ ਕੀਤੇ। ਅਸਦਾਨ ਗਜਦਾਨ, ਅੱਜ ਦੀ ਕਹਿ ਲਓ ਮਹਿੰਗੀ ਤੋਂ ਮਹਿੰਗੀ ਗੱਡੀ ਜਿਹੜੀ ਉਹ ਦਾਨ ਕਰਨੀ ਪਵੇਗੀ, ਫਿਰ ਸਾਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਇਹੋ ਜਿਹੀ ਸਵਰਗ ਦੀ ਗੁਰਬਾਣੀ ਨੇ ਗੱਲ ਨਹੀਂ ਕੀਤੀ। ਕਿਤੇ ਅਸਦਾਨ ਗਜਦਾਨ ਸਹਿਜਾ ਨਾਰੀ ਭੂਮਿਦਾਨ, ਬੈੱਡ ਦੇ ਉੱਤੇ ਬਾ ਕੇ ਆਪਣੀ ਘਰ ਵਾਲੀਆਂ ਨੇ ਇਸਤਰੀਆਂ ਨੂੰ ਦਾਨ ਕਰ ਦਿੱਤੀਆਂ। ਐਸੋ ਦਾਨ ਹੈ ਤਰੀਤਾ ਕਿ ਜੇ ਕਹਿੰਦੇ ਇਹੋ ਜਿਹਾ ਦਾਨ ਰੋਜ਼ਾਨਾ ਕੀਤਾ ਜਾਂਦਾ ਸੀ ਲੋਕਾਂ ਵੱਲੋਂ। ਤੇ ਪੰਡਤ ਕਹਿੰਦਾ ਸੀ ਸਭ ਕੁਝ ਮੈਨੂੰ ਦਾਨ ਕਰਕੇ ਉਹ ਆਰਾ ਲੱਗਾ, ਉਹਦੇ ਜਾ ਕੇ ਛਲਾਂਗ ਮਾਰ ਦਿਓ ਤੇ ਤੁਹਾਨੂੰ ਸਿੱਧੀ ਸਵਰਗ ਦੀ ਪ੍ਰਾਪਤੀ ਹੋ ਜਾਵੇਗੀ। ਹੁਣ ਬੰਦਾ ਪੁੱਛੇ ਮਰਨ ਤੋਂ ਬਾਅਦ ਤੂੰ ਲੋਕਾਂ ਨੂੰ ਸਵਰਗ ਦਵਾ ਰਿਹਾ, ਤੇਰੇ ਆਪ ਦੇ ਜੀਵਨ ਵਿੱਚ ਲਾਲਚ ਨਹੀਂ ਕਿ ਮੈਂ ਸਵਰਗ ਦੇ ਵਿੱਚ ਜਾਵਾਂ। ਪੁਜਾਰੀ ਨੂੰ ਪਤਾ ਸੀ ਕਿ ਮਰਨ ਤੋਂ ਬਾਅਦ ਕੋਈ ਸਵਰਗ ਤੇ ਨਰਕ ਨਹੀਂ ਹੈ। ਪੁਜਾਰੀ ਆਪ ਜਿਉਂਦਾ ਜੀ ਸਵਰਗ ਮੰਨ ਰਿਹਾ ਤੇ ਲੋਕਾਂ ਨੂੰ ਲੁੱਟਣ ਦੇ ਵਾਸਤੇ ਉਹਨਾਂ ਨੂੰ ਮਰਨ ਤੋਂ ਬਾਅਦ ਦੇ ਸਵਰਗ ਦੇ ਨਰਕ ਦੇ ਭੈ ਦੇ ਵਿੱਚ ਪਾ ਦਿੱਤਾ, ਡਰ ਦੇ ਵਿੱਚ ਪਾ ਦਿੱਤਾ। ਤੇ ਲੋਕਾਂ ਨੇ ਆਪਣੇ ਘਰ ਵਾਲੀਆਂ ਜ਼ਮੀਨਾਂ, ਹਾਥੀ ਘੋੜੇ ਦਾਨ ਕੀਤੇ ਮਹਿੰਗੇ ਤੋਂ ਮਹਿੰਗੇ, ਤੇ ਆਪ ਛਲਾਂਗ ਮਾਰ ਕੇ ਆਰੇ ਉੱਤੇ ਡਿੱਗ ਕੇ ਆਪਣੀ ਜਾਨ ਗਵਾ ਦਿੰਦੇ ਸੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਨਹੀਂ, ਕਹਿੰਦੇ ਜੇ ਤੂੰ ਆਪਣੇ ਜੀਵਨ ਨੂੰ ਸਵਰਗ ਬਣਾਉਣਾ ਹੈ ਤੇ ਕਹਿੰਦੇ ਇੱਥੇ ਪਿਆਰ ਦੇ ਨਾਲ ਰਹਿਣਾ ਸਿੱਖ, ਇੱਥੇ ਪਿਆਰ ਦਾ ਜਿਹੜਾ ਮਾਹੌਲ ਆ ਸਿਰਜ ਲੈ, ਤੇਰਾ ਜੀਵਨ ਹੈ ਜਿਹੜਾ ਸਵਰਗ ਬਣ ਜਾਏਗਾ। ਮਰਨ ਤੋਂ ਬਾਅਦ ਕਿਸੇ ਸਵਰਗ ਦੀ ਗੱਲ ਨਹੀਂ ਕੀਤੀ, ਨਰਕ ਦੀ ਕੀਤੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਕਹਿੰਦੇ ਹੇ ਰੱਬ ਜੀ, ਹੇ ਅਕਾਲ ਪੁਰਖ ਜੀ, ਤੁਹਾਡਾ ਗੁਣ ਇਹ ਵੀ ਹੈ ਕਿ ਤੁਸੀਂ ਨਿਰੰਕਾਰ ਹੋ। ਤੇ ਜਿਹੜਾ ਬੰਦਾ ਇਸ ਨਿਰੰਕਾਰ ਵਾਲੇ ਗੁਣ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਂਦਾ ਹੈ, ਅਕਾਲ ਪੁਰਖ ਕਹਿੰਦੇ ਉਸ ਦੇ ਮਨ ਨੂੰ ਆਕਾਰਾਂ ਦੇ ਵਿੱਚ ਕੱਢ ਦਿੰਦਾ ਹੈ। ਨਾਏ ਲਈਐ, ਜਿਸ ਮਨ ਨੂੰ ਇਹ ਨਾਮ ਲੈਣਾ ਆ ਗਿਆ, ਨਾਏ ਲਈਐ ਨਰਕ ਨਾ ਜਾਈਏ। ਨਰਕ ਨਾਲ ਜਾਈਏ ਦਾ ਇੱਥੇ ਭਾਵ ਹੈ, ਨਰਕ ਦਾ ਭਾਵ ਉਸ ਦਾ ਜੀਵਨ ਘਟੀਆ ਨਹੀਂ ਬਣਦਾ, ਘਟੀਆ ਜੀਵਨ ਦੀ, ਭੈੜੇ ਜੀਵਨ ਦੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਹੈ ਕਿ ਜਿਹੜਾ ਬੰਦਾ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਂਦਾ ਹੈ, ਉਸ ਦਾ ਜੀਵਨ ਭੈੜਾ ਨਹੀਂ ਬਣਦਾ, ਉਸ ਦਾ ਜੀਵਨ ਘਟੀਆ ਨਹੀਂ ਬਣਦਾ। ਉਹ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਮਨ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਰੱਬ ਨਿਰੰਕਾਰ ਹੈ, ਅਕਾਲ ਪੁਰਖ ਨਿਰੰਕਾਰ ਹੈ ਤੇ ਮੈਂ ਵੀ ਨਿਰੰਕਾਰ ਹੋਣਾ ਹੈ ਤੇ ਆਪਣੇ ਮੂਲ ਦੀ ਪਹਿਚਾਣ ਕਰਨੀ ਹੈ ਤੇ ਉਸ ਦੇ ਨਾਲ ਜੁੜਨਾ ਹੈ, ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਤੇ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਹੈ। ਤੇ ਇੱਥੇ ਸਮਾਜ ਦੇ ਵਿੱਚ ਹੀ ਕਹਿੰਦੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਪਿਆਰ ਵਾਲਾ ਮਾਹੌਲ ਹੈ ਜਿਹੜਾ ਉਹ ਸਿਰਜਣਾ ਹੈ ਤੇ ਇਹੀ ਸਵਰਗ ਹੈ। ਮਰਨ ਤੋਂ ਬਾਅਦ ਕਿਸੇ ਸਵਰਗ ਦੀ ਲਾਲਸਾ ਨਹੀਂ ਰਹਿ ਜਾਂਦੀ ਕਿ ਮੈਂ ਮਰਨ ਤੋਂ ਬਾਅਦ ਇਸ ਸਵਰਗ ਦੇ ਵਿੱਚ ਜਾਣਾ ਹੈ। ਇੱਥੇ ਹੀ ਸਵਰਗ ਹੈ ਤੇ ਇੱਥੇ ਹੀ ਨਰਕ ਹੈ। ਬੰਦੇ 'ਤੇ ਡਿਪੈਂਡ ਕਰਦਾ ਹੈ ਕਿ ਮੈਂ ਆਪਣੇ ਜੀਵਨ ਨੂੰ ਸਵਰਗ ਬਣਾਉਣਾ ਹੈ ਜਾਂ ਨਰਕ ਬਣਾਉਣਾ ਹੈ। ਇੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਘਟੀਆ ਜੀਵਨ ਦੀ ਗੱਲ ਕੀਤੀ ਹੈ, ਨਾਏ ਲਏ ਨਰਕ ਨਾ ਜਾਈਏ। ਜਿਸ ਨੂੰ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਆ ਗਿਆ, ਉਸ ਦਾ ਜੀਵਨ ਭੈੜਾ ਨਹੀਂ ਬਣਦਾ, ਉਸ ਦਾ